ਸਤਿ ਸ਼੍ਰੀ ਅਕਾਲ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ। ਮੈਂ ਹਾਂ ਸ਼ੀਤਲ ਠਾਕੁਰ। ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਅਮਰੀਕੀ ਫੌਜ ਦੇ ਵੱਲੋਂ 4 ਸਿੱਖਾਂ ਨੂੰ ਦਾੜੀ ਕੱਟਣ ਦੇ ਹੁਕਮ, ਕੀਤਾ ਅਦਾਲਤ ਦਾ ਰੁਖ। ਅਮਰੀਕਾ ਦੇ ਵਿੱਚ ਕਰੋਨਾ ਮਾਮਲਿਆਂ ਦੇ ਵਿੱਚ ਗਿਰਾਵਟ, ਯਾਤਰਾ ਪਾਬੰਦੀਆਂ ਦੇ ਵਿੱਚ ਮਿਲੇਗੀ ਛੋਟ। ਕੈਨੇਡਾ ਨੇ ਪੋਲੈਂਡ ਦੇ ਵਿੱਚ ਯੂਕਰੇਨੀ ਸ਼ਰਨਾਰਥੀਆਂ ਦੀ ਮਦਦ ਲਈ ਭੇਜੀ ਫੌਜ। ਸੀਨੀਅਰ ਅਮਰੀਕੀ ਸੰਸਦ ਮੈਂਬਰਾਂ ਦਾ ਵਫਦ ਪਹੁੰਚਿਆ ਤਾਈਵਾਨ। ਹਸਪਤਾਲ ਟ੍ਰਾਂਜ਼ਿਟ ਦੇ ਲਈ ਮਾਸਕ ਸੰਬੰਧੀ ਨਿਯਮ ਦੇ ਵਿੱਚ ਹੋਰ ਵਾਧਾ ਕੀਤਾ ਜਾ ਸਕਦਾ ਹੈ, ਕਿਹਾ ਡਾਕਟਰ ਮੂਰ ਨੇ। ਰੂਸੀ ਫੌਜੀ ਕਾਰਵਾਈ ਦੇ ਦੌਰਾਨ ਕੈਨੇਡਾ ਦਾ ਐਲਾਨ, ਯੂਕਰੇਨ ਨੂੰ ਦੇਵੇਗਾ $398 ਮਿਲੀਅਨ ਦਾ ਕਰਜ਼ਾ। ਰਾਜਾ ਵੜਿੰਗ ਪਹੁੰਚੇ ਅੰਮ੍ਰਿਤਸਰ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦੁਰਗਿਆਨਾ ਮੰਦਿਰ ਹੋਏ ਨਤਮਸਤਕ। ਮੰਡੀਆਂ ਦੇ ਵਿੱਚ ਪਈ ਫਸਲ ਨੂੰ ਮੀਂਹ ਤੋਂ ਬਚਾਉਣ ਦੇ ਲਈ ਪ੍ਰਸ਼ਾਸਨ ਨੇ ਦਿੱਤੀਆਂ ਤਰਪਾਲਾਂ। ਅੰਬੇਦਕਰ ਜਯੰਤੀ ਮੌਕੇ ਇਸ ਸ਼ਹਿਰ ਦੇ ਵਿੱਚ ₹1 ਦੇ ਵਿੱਚ ਵਿਕਿਆ ਪੈਟਰੋਲ ਖਰੀਦਣ ਦੇ ਲਈ ਟੁੱਟ ਪਏ ਲੋਕ। ਇਜ਼ਰਾਈਲ ਨੇ ਦੁਨੀਆ ਦੇ ਪਹਿਲੇ ਐਂਟੀ ਮਿਜ਼ਾਈਲ ਲੇਜ਼ਰ ਸਿਸਟਮ ਦਾ ਕੀਤਾ ਸਫਲ ਪਰੀਖਣ। ਖਾਲਸਾ ਸਾਜਨਾ ਦਿਵਸ ਮੌਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਲੱਖਾਂ ਸੰਗਤਾਂ ਹੋਈਆਂ ਨਤਮਸਤਕ। ਸੀਐਮ ਭਗਵੰਤ ਮਾਨ ਨੂੰ ਸਾਬਕਾ ਮੰਤਰੀ ਧਰਮਸੋਤ ਦਾ ਠੁਕਵਾਂ ਜਵਾਬ, ਕਿਹਾ ਮੈਂ ਹਰ ਇਨਕੁਆਇਰੀ ਦੇ ਲਈ ਤਿਆਰ। ਰੂਸ ਦਾ ਵੱਡਾ ਬਿਆਨ, ਕਿਹਾ ਦੂਜੇ ਦੇਸ਼ਾਂ ਤੇ ਨਹੀਂ ਲਗਵਾਵਾਂਗੇ ਪਾਬੰਦੀਆਂ। ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਦੇ ਵਿੱਚ 4 ਸਿੱਖਾਂ ਨੇ ਦਾੜੀ ਕੱਟਣ ਤੋਂ ਇਨਕਾਰ ਕਰਨ ਤੇ ਮਰੀਨ ਕੋਰ ਦੇ ਖਿਲਾਫ ਅਦਾਲਤ ਦਾ ਰੁਖ ਕੀਤਾ। ਇਹਨਾਂ ਦੇ ਵਿੱਚੋਂ ਇੱਕ ਮਰੀਨ ਕੋਰ ਦੇ ਵਿੱਚ ਕੈਪਟਨ ਸੁਖਬੀਰ ਸਿੰਘ ਤੂਰ ਵੀ ਸ਼ਾਮਲ ਨੇ, ਜਿਸ ਨੇ ਪਿਛਲੇ 1 ਸਾਲ ਤੋਂ ਦਾੜੀ ਅਤੇ ਪੱਗ ਬੰਨ੍ਹਣ ਦੀ ਮੁਹਿੰਮ ਚਲਾਈ ਸੀ, ਜਿਸ ਤੋਂ ਬਾਅਦ ਮਰੀਨ ਕੋਰ ਨੇ ਉਹਨਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੱਤੀ ਸੀ। ਹਾਲਾਂਕਿ ਹਾਲ ਹੀ ਦੇ ਵਿੱਚ ਮਰੀਨ ਕੋਰ ਨੇ ਤੂਰ ਸਮੇਤ ਕਿਸੇ ਵੀ ਸਿੱਖ ਨੂੰ ਲੜਾਈ ਦੇ ਮੋਰਚੇ ਤੇ ਤਾਇਨਾਤ ਜਾਂ ਫਿਰ ਬੂਟ ਕੈਂਪ ਦੌਰਾਨ ਦਾੜੀ ਰੱਖਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਮਰੀਨ ਕੋਰ ਨੇ ਕਿਹਾ ਕਿ ਦਾੜੀ ਕੋਰ ਦੇ ਕੰਮ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦੀ ਹੈ ਤੇ ਜਾਨ ਨੂੰ ਵੀ ਖਤਰੇ ਦੇ ਵਿੱਚ ਪਾਉਂਦੀ ਹੈ। ਸੋਮਵਾਰ ਨੂੰ ਤੂਰ ਅਤੇ 3 ਹੋਰ ਸਿੱਖਾਂ ਨੇ ਕੋਲੰਬੀਆ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਵਿੱਚ ਮਰੀਨ ਕੋਰ ਦੇ ਖਿਲਾਫ ਕੇਸ ਦਾਇਰ ਕੀਤਾ। ਉਹਨਾਂ ਨੇ ਕਿਹਾ ਕਿ ਕੋਰ ਦੇ ਦੁਆਰਾ ਧਾਰਮਿਕ ਛੋਟ ਦੇਣ ਤੋਂ ਇਨਕਾਰ ਮਨਮਾਨੀ ਅਤੇ ਪੱਖਪਾਤੀ ਅਤੇ ਧਰਮ ਦੀ ਮੁਕਤ ਪਾਲਣਾ ਦੇ ਸੰਵਿਧਾਨਕ ਅਧਿਕਾਰ ਦੀ ਉਲੰਘਣਾ ਹੈ। ਤੂਰ ਦੇ ਨਾਲ ਮਿਲ ਕੇ ਮੁਕੱਦਮਾ ਦਾਇਰ ਕਰਨ ਵਾਲੇ 3 ਸਿੱਖਾਂ ਦਾ ਕਹਿਣਾ ਹੈ ਕਿ ਬੂਟ ਕੈਂਪ ਦੇ ਦੌਰਾਨ ਉਹਨਾਂ ਨੂੰ ਦਾੜੀ ਕੱਟਣ ਦੇ ਲਈ ਕਿਹਾ ਗਿਆ ਸੀ। US ਮਰੀਨ ਨੂੰ ਬੂਟ ਕੈਂਪ ਦੇ ਵਿੱਚ ਮੁੱਢਲੀ ਸਿਖਲਾਈ ਦਿੱਤੀ ਜਾਂਦੀ ਹੈ। ਦੂਜੇ ਪਾਸੇ ਨਿਊਯਾਰਕ ਦੇ ਵਿੱਚ ਸਿੱਖ ਭਾਈਚਾਰੇ ਦੇ 2 ਵਿਅਕਤੀਆਂ ਤੇ ਹਮਲੇ ਦੀ ਖਬਰ ਹੈ। ਸਮਾਚਾਰ ਏਜੰਸੀ PTI ਦੀ ਰਿਪੋਰਟ ਦੇ ਮੁਤਾਬਕ ਮੰਗਲਵਾਰ ਨੂੰ ਅਮਰੀਕਾ ਦੇ ਨਿਊਯਾਰਕ ਦੇ ਕੁਇਨਜ਼ ਇਲਾਕੇ ਦੇ ਵਿੱਚ ਸਿੱਖ ਭਾਈਚਾਰੇ ਦੇ 2 ਲੋਕਾਂ ਤੇ ਹਮਲਾ ਕਰਕੇ ਉਹਨਾਂ ਨੂੰ ਲੁੱਟ ਲਿਆ ਗਿਆ। 10 ਦਿਨਾਂ ਤੋਂ ਵੀ ਘੱਟ ਸਮੇਂ ਦੇ ਵਿੱਚ ਇਸ ਖੇਤਰ ਦੇ ਵਿੱਚ ਸਿੱਖ ਭਾਈਚਾਰੇ ਦੇ ਮੈਂਬਰਾਂ ਤੇ ਹਮਲੇ ਦੀ ਇਹ ਦੂਜੀ ਘਟਨਾ ਹੈ। ਨਿਊਯਾਰਕ ਦੇ ਵਿੱਚ ਭਾਰਤ ਦੇ ਕੌਂਸਲਰ ਜਨਰਲ ਨੇ ਟਵੀਟ ਕੀਤਾ ਕਿ ਰਿਚਮੰਡ ਹਿਲਜ਼, ਨਿਊਯਾਰਕ ਦੇ ਵਿੱਚ ਸਿੱਖ ਭਾਈਚਾਰੇ ਦੇ 2 ਮੈਂਬਰਾਂ ਦਾ ਹਮਲਾ ਨਿੰਦਣਯੋਗ ਹੈ। ਅਸੀਂ ਇਸ ਮਾਮਲੇ ਦੇ ਸੰਬੰਧੀ ਸਥਾਨਕ ਅਧਿਕਾਰੀਆਂ ਤੇ ਨਿਊਯਾਰਕ ਸਿਟੀ ਪੁਲਿਸ ਦੇ ਵਿਭਾਗ ਦੇ ਨਾਲ ਸੰਪਰਕ ਕੀਤਾ ਹੈ। ਕੌਂਸਲਰ ਜਨਰਲ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਕਿ ਘਟਨਾ ਸੰਬੰਧੀ ਸ਼ਿਕਾਇਤ ਦਰਜ ਕਰ ਲਈ ਗਈ ਹੈ ਤੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਸੀਂ ਭਾਈਚਾਰੇ ਦੇ ਲੋਕਾਂ ਦੇ ਵਿੱਚ ਸੰਪਰਕ ਦੇ ਵਿੱਚ ਆ ਅਤੇ ਪੀੜਤਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦੇ ਲਈ ਵੀ ਤਿਆਰ ਆ। ਉਧਰ ਅਮਰੀਕੀ ਸਰਕਾਰ ਨੇ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਦੇ ਵਿੱਚ ਆਈ ਗਿਰਾਵਟ ਨੂੰ ਦੇਖਦਿਆਂ ਹੋਇਆਂ ਅਗਲੇ ਹਫ਼ਤੇ ਤੋਂ ਯਾਤਰਾ ਸੰਬੰਧੀ ਪਾਬੰਦੀਆਂ ਦੇ ਵਿੱਚ ਢਿੱਲ ਦੇਣ ਦਾ ਫੈਸਲਾ ਕੀਤਾ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਇੱਕ ਮੀਡੀਆ ਨੋਟ ਦੇ ਵਿੱਚ ਇਹ ਜਾਣਕਾਰੀ ਦਿੱਤੀ ਹੈ। ਇਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ US ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ COVID-19 ਦੇ ਹੇਠਲੇ ਪੱਧਰ ਨੂੰ ਦਰਸਾਉਂਦਿਆਂ ਹੋਇਆਂ ਆਪਣੀ ਕੋਵਿਡ ਯਾਤਰਾ ਦੀ ਸਿਫਾਰਿਸ਼ ਦੇ ਵਿੱਚ ਸੋਧ ਕੀਤੀ ਹੈ। ਹਾਲਾਂਕਿ ਜੇਕਰ CDC ਕਿਸੇ ਦੇਸ਼ ਦੀ ਯਾਤਰਾ ਦੇ ਲਈ ਜ਼ੋਖਮ ਦੇ ਪੱਧਰ ਨੂੰ ਲੈਵਲ 4 ਤੱਕ ਵਧਾ ਦਿੰਦੀ ਹੈ ਤਾਂ ਸਟੇਟ ਡਿਪਾਰਟਮੈਂਟ ਨੂੰ ਵੀ ਯਾਤਰਾ ਸਲਾਹਕਾਰ ਨੂੰ ਲੈਵਲ 4 ਤੇ ਲਿਜਾਣਾ ਹੋਵੇਗਾ, ਯਾਨੀ ਕਿ ਕੋਰੋਨਾ ਦੇ ਕਾਰਨ ਯਾਤਰਾ ਤੇ ਪਾਬੰਦੀ। ਸਟੇਟ ਡਿਪਾਰਟਮੈਂਟ ਨੇ ਵੀ ਕਿਹਾ ਕਿ ਅਗਲੇ ਹਫ਼ਤੇ ਤੋਂ ਲੈਵਲ 4 ਦੇ ਟਰੈਵਲਰ ਐਡਵਾਈਜ਼ਰੀ ਦੇ ਵਿੱਚ ਕਰੀਬ 10% ਦੀ ਕਮੀ ਕੀਤੀ ਜਾਵੇਗੀ। ਇਸ ਦੇ ਵਿੱਚ ਨਾ ਸਿਰਫ COVID-19 ਸਗੋਂ ਸਫ਼ਰ ਦੇ ਦੌਰਾਨ ਸਿਹਤ ਸੰਬੰਧੀ ਹੋਰ ਖਤਰਿਆਂ ਦਾ ਵੀ ਧਿਆਨ ਰੱਖਿਆ ਜਾਵੇਗਾ। ਸਾਨੂੰ ਯਕੀਨ ਹੈ ਕਿ ਨਵਾਂ ਅਪਡੇਟ ਅਮਰੀਕੀ ਨਾਗਰਿਕਾਂ ਨੂੰ ਅੰਤਰਰਾਸ਼ਟਰੀ ਯਾਤਰਾ ਦੀ ਸੁਰੱਖਿਆ ਦੇ ਬਾਰੇ ਬਿਹਤਰ ਫੈਸਲੇ ਲੈਣ ਦੇ ਵਿੱਚ ਮਦਦ ਕਰੇਗਾ। ਜਿਵੇਂ ਕਿ COVID-19 ਸਥਿਤੀ ਦੇ ਵਿੱਚ ਸੁਧਾਰ ਹੋਇਆ ਪਰ ਅਜੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ। ਵਿਦੇਸ਼ ਵਿਭਾਗ ਯਾਤਰੀਆਂ ਨੂੰ ਅੰਤਰਰਾਸ਼ਟਰੀ ਯਾਤਰਾ ਕਰਨ ਤੋਂ ਪਹਿਲਾਂ ਕੋਰੋਨਾ ਵਾਇਰਸ ਸਥਿਤੀ ਤੇ ਵਿਚਾਰ ਕਰਨ ਦੀ ਸਲਾਹ ਵੀ ਦਿੰਦਾ ਰਿਹਾ। ਉਧਰ ਪੋਲੈਂਡ ਦੇ ਵਿੱਚ ਯੂਕਰੇਨੀ ਸ਼ਰਨਾਰਥੀਆਂ ਦੀ ਦੇਖਭਾਲ, ਤਾਲਮੇਲ ਅਤੇ ਮੁੜ ਵਸੇਬੇ ਦੇ ਵਿੱਚ ਮਦਦ ਦੇ ਲਈ ਕੈਨੇਡਾ ਆਪਣੀ ਫੌਜ ਭੇਜ ਰਹੀ ਹੈ। ਕੈਨੇਡੀਅਨ ਰੱਖਿਆ ਮੰਤਰੀ ਨੀਤਾ ਆਨੰਦ ਨੇ ਐਲਾਨ ਕੀਤਾ ਕਿ ਵੀਰਵਾਰ ਨੂੰ ਪੋਲੈਂਡ ਦੇ ਵਿੱਚ 150 ਫੌਜੀ ਤਾਇਨਾਤ ਕੀਤੇ ਜਾਣਗੇ। 24 ਫਰਵਰੀ ਨੂੰ ਯੂਕਰੇਨ ਤੇ ਰੂਸ ਦੇ ਹਮਲੇ ਤੋਂ ਬਾਅਦ 26 ਲੱਖ ਤੋਂ ਵੀ ਵੱਧ ਯੂਕਰੇਨੀ ਪੋਲੈਂਡ ਦੇ ਵਿੱਚ ਸ਼ਰਨ ਲੈ ਚੁੱਕੇ ਨੇ, ਜਦਕਿ 20 ਲੱਖ ਤੋਂ ਵੀ ਵੱਧ ਹੋਰ ਗੁਆਂਢੀ ਦੇਸ਼ਾਂ ਦੇ ਵਿੱਚ ਸ਼ਰਨ ਲੈ ਚੁੱਕੇ ਨੇ। ਆਨੰਦ ਨੇ ਕਿਹਾ ਕਿ ਜ਼ਿਆਦਾਤਰ ਸੈਨਿਕਾਂ ਨੂੰ ਯੂਕਰੇਨੀ ਸ਼ਰਨਾਰਥੀਆਂ ਦੀ ਦੇਖਭਾਲ ਅਤੇ ਰਜਿਸਟ੍ਰੇਸ਼ਨ ਦੇ ਵਿੱਚ ਮਦਦ ਕਰਨ ਦੇ ਲਈ ਪੋਲੈਂਡ ਦੇ ਵਿੱਚ ਰਿਸੈਪਸ਼ਨ ਕੇਂਦਰਾਂ ਦੇ ਵਿੱਚ ਤਾਇਨਾਤ ਕੀਤਾ ਜਾਵੇਗਾ। ਅੰਤਰਰਾਸ਼ਟਰੀ ਮਾਨਵਤਾਵਾਦੀ ਸਹਾਇਤਾ ਯਤਨਾਂ ਦੇ ਤਾਲਮੇਲ ਦੇ ਵਿੱਚ ਮਦਦ ਦੇ ਲਈ ਇੱਕ ਸਮੂਹ ਵੀ ਭੇਜਿਆ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਦੇ ਵਿਸ਼ਵ ਖੁਰਾਕ ਪ੍ਰੋਗਰਾਮ ਦੇ ਮੁਖੀ ਡੇਵਿਡ ਬਿਸਲੇ ਨੇ ਕਿਹਾ ਹੈ ਕਿ ਰੂਸੀ ਫੌਜਾਂ ਦੇ ਨਾਲ ਘਿਰੇ ਬੰਦਰਗਾਹ ਸ਼ਹਿਰ ਮਰੀਉਪੋਲ ਦੇ ਵਿੱਚ ਯੂਕਰੇਨ ਦੇ ਵਿੱਚ ਲੋਕ ਭੁੱਖ ਨਾਲ ਮਰ ਰਹੇ ਨੇ। ਆਉਣ ਵਾਲੇ ਹਫ਼ਤਿਆਂ ਦੇ ਵਿੱਚ ਹਮਲਾ ਹੋਰ ਤੇਜ਼ ਹੋ ਸਕਦਾ ਹੈ। ਕੀਵ ਦੇ ਵਿੱਚ ਐਸੋਸੀਏਟਡ ਪ੍ਰੈਸ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਬਿਸਲੇ ਨੇ ਕਿਹਾ ਕਿ ਯੂਕਰੇਨ ਤੇ ਰੂਸ ਦਾ ਹਮਲਾ ਇਸ ਦੀਆਂ ਸਰਹੱਦਾਂ ਨੂੰ ਅਸਥਿਰ ਕਰ ਸਕਦਾ ਹੈ ਅਤੇ ਬਿਹਤਰ ਜੀਵਨ ਦੀ ਭਾਲ ਦੇ ਵਿੱਚ ਦੂਜੇ ਦੇਸ਼ਾਂ ਦੇ ਵਿੱਚ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਦੇ ਵਿੱਚ ਵਾਧਾ ਕਰ ਸਕਦਾ ਹੈ।
ਉਧਰ ਤਾਈਪੇ ਰਿਪਬਲਿਕਨ ਨੇਤਾ ਲਿੰਡਸੇ ਗ੍ਰਾਹਮ ਦੀ ਅਗਵਾਈ ਦੇ ਵਿੱਚ 6 ਅਮਰੀਕੀ ਸੰਸਦ ਮੈਂਬਰਾਂ ਦਾ ਇੱਕ ਵਫਦ 2 ਦਿਨੀ ਯਾਤਰਾ ਤੇ ਵੀਰਵਾਰ ਨੂੰ ਤਾਈਵਾਨ ਪਹੁੰਚਿਆ। ਚੀਨ ਪਹਿਲਾਂ ਇਸ ਯਾਤਰਾ ਦੀ ਨਿੰਦਾ ਕਰ ਚੁੱਕਿਆ ਹੈ। ਅਮਰੀਕੀ ਸੰਸਦ ਮੈਂਬਰਾਂ ਦਾ ਤਾਈਵਾਨ ਦੀ ਰਾਸ਼ਟਰਪਤੀ ਤਸਾਈ ਇੰਗ-ਵੇਨ ਅਤੇ ਰੱਖਿਆ ਮੰਤਰੀ ਦੇ ਨਾਲ ਮਿਲਣ ਦਾ ਪ੍ਰੋਗਰਾਮ ਹੈ। ਤਾਈਵਾਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਦੇ ਵਿੱਚ ਇਹ ਵੀ ਕਿਹਾ ਕਿ ਯੂਕਰੇਨ ਦੀ ਗੰਭੀਰ ਸਥਿਤੀ ਦੇ ਦਰਮਿਆਨ ਇਹ ਯਾਤਰਾ ਤਾਈਵਾਨ ਦੇ ਪ੍ਰਤੀ ਅਮਰੀਕਾ ਦੇ ਠੋਸ ਸਮਰਥਨ ਅਤੇ ਵਚਨਬੱਧਤਾ ਦਾ ਪ੍ਰਦਰਸ਼ਨ ਹੈ। ਦੱਖਣੀ ਕੈਰੋਲੀਨਾ ਦੇ ਨੇਤਾ ਗ੍ਰਾਹਮ ਦੇ ਨਾਲ ਇਸ ਵਫਦ ਦੇ ਵਿੱਚ ਸੈਨੇਟਰ ਰਾਬਰਟ ਮੈਂਡੇਜ, ਸੈਨੇਟਰ ਰਿਚਰਡ ਬਰਰ, ਸੈਨੇਟਰ ਰਾਬਰਟ ਪੋਰਟਮੈਨ, ਸੈਨੇਟਰ ਬੈਂਜਾਮਿਨ ਸਾਂਸਨੇ ਅਤੇ ਰਾਨੀ ਜੈਕਸਨ ਸ਼ਾਮਲ ਹੈ। ਇਸ ਯਾਤਰਾ ਤੋਂ ਪਹਿਲਾਂ ਪਿਛਲੇ ਹਫ਼ਤੇ ਐਲਾਨ ਕੀਤਾ ਗਿਆ ਸੀ ਕਿ ਅਮਰੀਕੀ ਵਫਦ ਸਭਾ ਦੀ ਪ੍ਰਧਾਨ ਨੈਂਸੀ ਪੈਲੋਸੀ ਤਾਈਵਾਨ ਦੀ ਯਾਤਰਾ ਕਰੇਗੀ, ਪਰ ਪੈਲੋਸੀ ਕੋਰੋਨਾ ਦੇ ਨਾਲ ਇਨਫੈਕਟਡ ਹੋ ਗਈ ਅਤੇ ਉਹਨਾਂ ਦੀ ਯਾਤਰਾ ਮੁਲਤਵੀ ਕਰ ਦਿੱਤੀ ਗਈ। ਬੀਜਿੰਗ ਦੇ ਵਿੱਚ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੋ ਝਾਓ ਲੀਜੀਆਨ ਨੇ ਵੀਰਵਾਰ ਨੂੰ ਇਹ ਕਹਿੰਦੇ ਹੋਏ ਯਾਤਰਾ ਦੀ ਨਿੰਦਾ ਕੀਤੀ ਕਿ ਚੀਨ ਅਮਰੀਕਾ ਤੇ ਤਾਈਵਾਨ ਦੇ ਦਰਮਿਆਨ ਕਿਸੇ ਵੀ ਤਰ੍ਹਾਂ ਦੇ ਅਧਿਕਾਰਿਤ ਆਦਾਨ ਪ੍ਰਦਾਨ ਦੇ ਵਿਰੁੱਧ ਹੈ। ਉਧਰ ontario ਦੇ ਚੀਫ ਮੈਡੀਕਲ ਆਫਿਸਰ ਆਫ ਹੈਲਥ ਦੇ ਵੱਲੋਂ ਪ੍ਰੋਵਿੰਸ ਦੇ ਵਿੱਚ ਮਾਸਕ ਸੰਬੰਧੀ ਨਿਯਮ ਜਾਰੀ ਰੱਖਣ ਦੀ ਸਿਫਾਰਿਸ਼ ਕੀਤੀ ਜਾ ਸਕਦੀ ਹੈ। ਉਚੇਚੇ ਤੌਰ ਤੇ ਉੱਤੇ ਇਸ ਨਿਯਮ ਨੂੰ ਹਸਪਤਾਲ, ਲੌਂਗ ਟਰਮ ਕੇਅਰ ਹੋਮਸ ਤੇ ਪਬਲਿਕ ਟ੍ਰਾਂਜ਼ਿਟ ਦੇ ਵਿੱਚ ਜਾਰੀ ਰੱਖਿਆ ਜਾ ਸਕਦਾ ਹੈ। ਅਜਿਹਾ ਕੋਵਿਡ-19 ਦੇ ਨਵੇਂ ਸਟ੍ਰੇਨ ਦੇ ਫੈਲਣ ਦੇ ਕਾਰਨ ਕੀਤਾ ਜਾ ਰਿਹਾ ਹੈ। ਡਾਕਟਰ ਕਿਰਨ ਮੂਰ ਦੇ ਵੱਲੋਂ ਇਹ ਪ੍ਰਸਤਾਵ ਸਰਕਾਰ ਨੂੰ ਸੌਂਪਿਆ ਜਾਵੇਗਾ। ਇਸ ਤਹਿਤ 27 ਅਪ੍ਰੈਲ ਨੂੰ ਮੁੱਕਣ ਜਾ ਰਹੇ ਕੋਵਿਡ-19 ਸੰਬੰਧੀ ਸਾਰੇ ਨਿਯਮਾਂ ਤੋਂ ਬਾਅਦ ਵੀ 4 ਹਫ਼ਤਿਆਂ ਲਈ ਮਾਸਕ ਪਾਉਣ ਦੇ ਨਿਯਮ ਦੇ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ ਡਾਕਟਰ ਮੂਰ ਦੇ ਵੱਲੋਂ ਇੱਕ ਇੰਟਰਵਿਊ ਦੇ ਦੌਰਾਨ ਦਿੱਤੀ ਗਈ। ਉਹਨਾਂ ਨੇ ਆਖਿਆ ਕਿ ਇਸ ਦੇ ਨਾਲ ਅਸੀਂ ਉਹਨਾਂ ਲੋਕਾਂ ਦੀ ਹਿਫਾਜ਼ਤ ਕਰ ਸਕਾਂਗੇ ਜਿਹੜੇ ਨਾਜ਼ੁਕ ਸੈਕਟਰਸ ਦੇ ਵਿੱਚ ਰਹਿ ਰਹੇ ਜਾਂ ਫਿਰ ਕੰਮ ਕਰ ਰਹੇ ਨੇ। ਉਹਨਾਂ ਨੇ ਇਹ ਵੀ ਆਖਿਆ ਕਿ ਪ੍ਰੋਵਿੰਸ਼ੀਅਲ ਚੋਣਾਂ ਦੇ ਮੱਦੇਨਜ਼ਰ ਵੀ ਉਹਨਾਂ ਦੇ ਆਫਿਸ ਦੇ ਵੱਲੋਂ ਇਹਨਾਂ ਨਿਯਮਾਂ ਦੇ ਵਿੱਚ ਹੋਰ ਵਾਧਾ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਦਿਨ ਵੇਲੇ ਪ੍ਰੀਮੀਅਰ ਡਗ ਫੋਰਡ ਨੇ ਆਖਿਆ ਸੀ ਕਿ ਡਾਕਟਰ ਮੂਰ ਦੀ ਸਿਫਾਰਿਸ਼ ਉੱਤੇ ਉਹ ਮਾਸਕ ਸੰਬੰਧੀ ਨਿਯਮਾਂ ਨੂੰ ਇਸ ਮਹੀਨੇ ਦੇ ਅਖੀਰ ਤੋਂ ਬਾਅਦ ਵੀ ਵਧਾ ਸਕਦੇ ਨੇ। ਇਸ ਦੇ ਵਿੱਚ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੋਵੇਗੀ। ਉਧਰ ਯੂਕਰੇਨ ਦੇ ਵਿੱਤ ਮੰਤਰਾਲੇ ਨੇ ਦੱਸਿਆ ਕਿ ਰੂਸੀ ਫੌਜੀ ਕਾਰਵਾਈ ਦੇ ਦੌਰਾਨ ਉਸਨੇ ਕੈਨੇਡੀਅਨ ਸਰਕਾਰ ਦੇ ਨਾਲ $398 ਮਿਲੀਅਨ ਦੇ ਕਰਜ਼ੇ ਦੇ ਸਮਝੌਤੇ ਤੇ ਹਸਤਾਖਰ ਕੀਤੇ ਨੇ। ਮੰਤਰਾਲੇ ਨੇ ਇੱਕ ਬਿਆਨ ਦੇ ਵਿੱਚ ਇਹ ਵੀ ਕਿਹਾ ਕਿ ਯੂਕਰੇਨ ਦੇ ਵਿੱਤ ਮੰਤਰੀ ਸੇਰਹੀ ਮਾਰਚੈਂਕੋ ਨੇ ਯੂਕਰੇਨ ਨੂੰ ਅਨੁਕੂਲ ਸ਼ਰਤਾਂ ਤੇ $500 ਮਿਲੀਅਨ ਕੈਨੇਡੀਅਨ $398 ਮਿਲੀਅਨ ਦਾ ਕਰਜ਼ਾ ਪ੍ਰਦਾਨ ਕਰਨ ਦੇ ਲਈ ਕੈਨੇਡੀਅਨ ਸਰਕਾਰ ਦੇ ਨਾਲ ਇੱਕ ਕਰਜ਼ਾ ਸਮਝੌਤੇ ਤੇ ਹਸਤਾਖਰ ਕੀਤੇ ਨੇ। ਕਰਜ਼ੇ ਦੀ ਮਿਆਦ 10 ਸਾਲ ਹੈ। ਬੁੱਧਵਾਰ ਦੇਰ ਰਾਤ ਮੰਤਰਾਲੇ ਨੇ ਆਪਣੇ ਟਵਿੱਟਰ ਪੇਜ ਤੇ ਬਿਆਨ ਦੇ ਵਿੱਚ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਰੂਸ ਨੇ 24 ਫਰਵਰੀ ਨੂੰ ਡੋਨੇਸਟਕ ਤੇ ਲੁਹਾਨਸਕ ਦੇ ਲੋਕ ਗਣਰਾਜਾਂ ਦਾ ਸਮਰਥਨ ਕਰਨ ਦੇ ਲਈ ਯੂਕਰੇਨ ਦੇ ਵਿੱਚ ਆਪਣੀ ਫੌਜੀ ਕਾਰਵਾਈ ਸ਼ੁਰੂ ਕੀਤੀ। ਪੱਛਮੀ ਦੇਸ਼ਾਂ ਨੇ ਯੂਕਰੇਨ 'ਚ ਰੂਸੀ ਫੌਜੀ ਕਾਰਵਾਈ ਦੀ ਸਖਤ ਨਿੰਦਾ ਕਰਦਿਆਂ ਹੋਇਆਂ ਇਸ ਨੂੰ ਹਮਲਾ ਕਰਾਰ ਦਿੱਤਾ ਅਤੇ ਮਾਸਕੋ ਤੇ ਸਖਤ ਪਾਬੰਦੀਆਂ ਲਗਾਈਆਂ। ਉਧਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਅੰਮ੍ਰਿਤਸਰ ਪਹੁੰਚੇ। ਉਹਨਾਂ ਦੇ ਨਾਲ ਵਰਕਿੰਗ ਪ੍ਰੈਜ਼ੀਡੈਂਟ ਭਾਰਤ ਭੂਸ਼ਣ ਆਸ਼ੂ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਡਿਪਟੀ ਲੀਡਰ ਰਾਜ ਕੁਮਾਰ ਚੱਬੇਵਾਲ ਵੀ ਸਨ। ਉਹਨਾਂ ਦੇ ਇਸ ਦੌਰੇ ਦੇ ਦੌਰਾਨ ਕੁਝ ਚੁਣੇ ਹੋਏ ਕਾਂਗਰਸੀ ਚਿਹਰੇ ਵੀ ਨਜ਼ਰ ਆਏ, ਜਦਕਿ ਹੋਰ ਸੀਨੀਅਰ ਨੇਤਾਵਾਂ ਦੀ ਇਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਸਵੇਰੇ ਲਗਭਗ 4:30 ਵਜੇ ਅਮਰਿੰਦਰ ਸਿੰਘ ਰਾਜਾ ਵੜਿੰਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਉਹਨਾਂ ਨੇ ਪਾਲਕੀ ਸਾਹਿਬ ਦੀ ਸੇਵਾ ਕੀਤੀ। ਉਹਨਾਂ ਦੇ ਨਾਲ ਅੰਮ੍ਰਿਤਸਰ ਸ਼ਹਿਰ ਦੇ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ ਤੇ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਮਿੱਠੂ ਮਧਾਨ ਵੀ ਸਨ। ਦੌਰੇ ਦੇ ਦੌਰਾਨ ਅੱਜ ਤੱਕ ਰਾਜਾ ਵੜਿੰਗ ਨੇ ਕੋਈ ਰਾਜਨੀਤਿਕ ਬਿਆਨਬਾਜ਼ੀ ਨਹੀਂ ਕੀਤੀ। ਉਹਨਾਂ ਦਾ ਕਹਿਣਾ ਸੀ ਕਿ ਉਹ ਸਿਰਫ ਗੁਰੂਆਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਆਏ ਨੇ। ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਮੱਥਾ ਟੇਕਣ ਤੋਂ ਬਾਅਦ ਕਾਂਗਰਸ ਦੀ ਨਵੀਂ ਬ੍ਰਿਗੇਡ ਦੁਰਗਿਆਨਾ ਮੰਦਿਰ ਵੀ ਗਏ। ਇੱਥੇ ਦੁਰਗਿਆਨਾ ਮੰਦਿਰ ਕਮੇਟੀ ਨੇ ਉਹਨਾਂ ਨੂੰ ਸਨਮਾਨਿਤ ਕੀਤਾ। ਇਸ ਤੋਂ ਬਾਅਦ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਭਾਰਤ ਭੂਸ਼ਣ ਆਸ਼ੂ ਤੇ ਰਾਜ ਕੁਮਾਰ ਚੱਬੇਵਾਲ ਸ਼੍ਰੀ ਰਾਮ ਤੀਰਥ ਗਏ ਤੇ ਆਸ਼ੀਰਵਾਦ ਲਿਆ। ਉਧਰ ਮੀਂਹ ਦੇ ਨਾਲ ਆਈ ਹਨੇਰੀ ਦੇ ਕਾਰਨ ਖੇਤਾਂ ਦੇ ਵਿੱਚ ਖੜੀਆਂ ਫਸਲਾਂ ਦਾ ਨੁਕਸਾਨ ਹੋਇਆ, ਜਦਕਿ ਮੰਡੀਆਂ ਦੇ ਵਿੱਚ ਪਈ ਕਣਕ ਦੀ ਫਸਲ ਨੂੰ ਮੀਂਹ ਤੋਂ ਬਚਾਉਣ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਤਰਪਾਲਾਂ ਮੁਹੱਈਆ ਕਰਵਾਈਆਂ ਗਈਆਂ। ਰਾਤ ਨੂੰ ਮੌਸਮ ਖਰਾਬ ਹੁੰਦੇ ਹੀ ਕਿਸਾਨਾਂ ਨੇ ਬੋਰੀਆਂ ਦੇ ਵਿੱਚ ਪਈ ਕਣਕ ਅਤੇ ਖੁੱਲੇ ਦੇ ਵਿੱਚ ਪਈ ਕਣਕ ਨੂੰ ਤੁਰੰਤ ਢੱਕ ਦਿੱਤਾ। ਤਰਪਾਲਾਂ ਦੇ ਨਾਲ ਢੱਕਣ ਕਾਰਨ ਕਣਕ ਦੀ ਫਸਲ ਬਰਸਾਤ ਦੇ ਪਾਣੀ ਦੇ ਵਿੱਚ ਭਿੱਜਣ ਤੋਂ ਬਚ ਗਈ। ਭਾਵੇਂ ਜਲੰਧਰ ਦੇ ਕਈ ਇਲਾਕਿਆਂ ਦੇ ਵਿੱਚ ਕਣਕ ਦੀ ਵਾਢੀ ਹੋ ਚੁੱਕੀ ਹੈ, ਪਰ ਕਈ ਇਲਾਕੇ ਅਜਿਹੇ ਨੇ ਜਿੱਥੇ ਫਸਲ ਅਜੇ ਵੀ ਖੇਤਾਂ ਦੇ ਵਿੱਚ ਪਈ ਹੈ। ਬੀਤੇ ਰਾਤ ਪਏ ਮੀਂਹ ਕਾਰਨ ਪੱਕੀ ਫਸਲ ਖੇਤਾਂ ਦੇ ਵਿੱਚ ਵਿਛ ਗਈ। ਹਾਲਾਂਕਿ ਇਸ ਤੂਫਾਨ ਅਤੇ ਮੀਂਹ ਦੇ ਕਾਰਨ ਕੋਈ ਖਾਸ ਨੁਕਸਾਨ ਨਹੀਂ ਹੋਇਆ। ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਮੌਸਮ ਖੁੱਲ ਗਿਆ ਤਾਂ ਫਸਲ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਜੇਕਰ ਮੁੜ ਬਾਰਿਸ਼ ਹੋਈ ਤਾਂ ਕਣਕ ਦਾ ਦਾਣਾ ਕਾਲਾ ਹੋ ਸਕਦਾ ਹੈ। ਮੌਜੂਦਾ ਸਮੇਂ ਦੇ ਵਿੱਚ ਅਜਿਹੀ ਸੰਭਾਵਨਾ ਘੱਟ ਹੀ ਦੇਖਣ ਨੂੰ ਮਿਲਦੀ ਹੈ। ਉਧਰ ਪਿਛਲੇ 10 ਦਿਨਾਂ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਤੇ ਬ੍ਰੇਕਾਂ ਲੱਗੀਆਂ ਹੋਈਆਂ ਨੇ, ਪਰ ਇਸ ਤੋਂ ਪਹਿਲਾਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ 10 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਕੀਤਾ ਗਿਆ, ਜਿਸ ਕਾਰਨ ਆਮ ਲੋਕ ਮਹਿੰਗਾਈ ਦੀ ਮਾਰ ਹੇਠ ਨੇ। ਇਸ ਦੌਰਾਨ ਮਹਾਰਾਸ਼ਟਰ ਦੇ ਸੋਲਾਪੁਰ ਦੇ ਵਿੱਚ ਇੱਕ ਸਥਾਨਕ ਸੰਗਠਨ ਨੇ ਵੀਰਵਾਰ ਨੂੰ ਪੈਟਰੋਲੀਅਮ ਪਦਾਰਥਾਂ ਦੀਆਂ ਵੱਧਦੀਆਂ ਕੀਮਤਾਂ ਦੇ ਵਿਰੋਧ ਦੇ ਵਿੱਚ ਅਤੇ ਡਾਕਟਰ BR ਅੰਬੇਦਕਰ ਦੇ ਜਨਮ ਦਿਨ ਮੌਕੇ 500 ਲੋਕਾਂ ਨੂੰ 1 ਰੁਪਏ ਪ੍ਰਤੀ ਲੀਟਰ ਦੀ ਦਰ ਦੇ ਨਾਲ ਪੈਟਰੋਲ ਵੇਚਿਆ। ਇਸ ਆਫਰ ਦੇ ਤਹਿਤ ਹਰ ਗਾਹਕ ਨੂੰ 1 ਰੁਪਏ ਦੇ ਵਿੱਚ ਸਿਰਫ 1 ਲੀਟਰ ਪੈਟਰੋਲ ਦਿੱਤਾ ਗਿਆ। ਇਸ ਤੋਂ ਬਾਅਦ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਪੈਟਰੋਲ ਪੰਪ
ਤੇ ਪਹੁੰਚ ਗਏ ਸਨ। ਭੀੜ ਨੂੰ ਕਾਬੂ ਕਰਨ ਦੇ ਲਈ ਪੁਲਿਸ ਤਾਇਨਾਤ ਕੀਤੀ ਗਈ। ਇਹ ਪ੍ਰੋਗਰਾਮ ਡਾਕਟਰ ਅੰਬੇਦਕਰ ਵਿਦਿਆਰਥੀ ਤੇ ਯੂਥ ਪੈਥਰਨਸ ਨੇ ਆਯੋਜਿਤ ਕਰਵਾਇਆ ਸੀ। ਸੰਗਠਨ ਦੇ ਸੂਬਾਈ ਆਸ਼ੂ ਮਹੇਸ਼ ਸਰਵ ਗੌੜਾ ਨੇ ਕਿਹਾ ਕਿ ਮਹਿੰਗਾਈ ਤੇਜ਼ੀ ਦੇ ਨਾਲ ਵਧੀ ਹੈ। ਨਰਿੰਦਰ ਮੋਦੀ ਸਰਕਾਰ ਦੇ ਵਿੱਚ ਪੈਟਰੋਲ ਦੀ ਕੀਮਤ 120 ਰੁਪਏ ਪ੍ਰਤੀ ਲੀਟਰ ਹੋ ਗਈ। ਇਸ ਦੇ ਲਈ ਲੋਕਾਂ ਨੂੰ ਰਾਹਤ ਦੇਣ ਦੇ ਲਈ ਤੇ ਡਾਕਟਰ ਬਾਬਾ ਸਾਹਿਬ ਅੰਬੇਦਕਰ ਦੇ ਜਨਮ ਦਿਨ ਨੂੰ ਮਨਾਉਣ ਦੇ ਲਈ 5 ਰੁਪਏ ਦੇ ਹਿਸਾਬ ਦੇ ਨਾਲ ਪੈਟਰੋਲ ਵੇਚਣ ਦਾ ਫੈਸਲਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਸਾਡੇ ਵਰਗੀ ਛੋਟੀ ਸੰਸਥਾ 500 ਲੋਕਾਂ ਨੂੰ ਰਾਹਤ ਦੇ ਸਕਦੀ ਤਾਂ ਸਰਕਾਰ ਨੂੰ ਵੀ ਰਾਹਤ ਦੇਣੀ ਚਾਹੀਦੀ ਹੈ। ਤਾਂ ਅੰਦਾਜ਼ੇ ਕਿ ਮਹਾਰਾਸ਼ਟਰ ਦੇ ਸੋਲਾਪੁਰ ਦੇ ਵਿੱਚ ਪੈਟਰੋਲ 120 ਰੁਪਏ 21 ਪੈਸੇ ਪ੍ਰਤੀ ਲੀਟਰ ਤੇ ਵਿਕ ਰਿਹਾ ਹੈ। ਦੂਜੇ ਪਾਸੇ ਡੀਜ਼ਲ ਦੀ ਗੱਲ ਕਰੀਏ ਤਾਂ ਸੋਲਾਪੁਰ ਦੇ ਵਿੱਚ ਇਸ ਦੀ ਕੀਮਤ 102 ਰੁਪਏ 92 ਪੈਸੇ ਪ੍ਰਤੀ ਲੀਟਰ ਹੈ। ਇਸ ਦੇ ਨਾਲ ਹੀ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਵਿੱਚ ਪੈਟਰੋਲ ਦੀ ਕੀਮਤ 120 ਰੁਪਏ 51 ਪੈਸੇ ਤੇ ਡੀਜ਼ਲ ਦੀ ਕੀਮਤ 104 ਰੁਪਏ 77 ਪੈਸੇ ਪ੍ਰਤੀ ਲੀਟਰ ਹੈ। उधर इजराइल ने दुनिया के पहले एंटी मिसाइल लेजर सिस्टम का सफल परीक्षण किया। इसकी जानकारी खुद इजराइल के प्रधानमंत्री नफ्ताली बेनेट ने दी। इस मिसाइल डिफेंस सिस्टम को आयरन बीम लेजर इंस्पैक्शन का नाम दिता गया है। यह दुनिया की पहली ऊर्जा आधारित हथियार प्रणाली है। इस नाल UAV रॉकेट ते मोटरार ਨੂੰ ਹੇਠਾਂ ਡੇਗਣ ਦੇ ਲਈ ਇੱਕ ਲੇਜ਼ਰ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਨਟ ਮੁਤਾਬਕ ਇਸ ਦੇ ਨਾਲ ਇੱਕ ਸ਼ਾਟ ਦੇ ਲਈ ਸਿਰਫ $3.5 ਦਾ ਖਰਚਾ ਆਉਂਦਾ ਹੈ। ਇਜ਼ਰਾਈਲ ਦੇ ਰੱਖਿਆ ਮੰਤਰਾਲੇ ਨੇ ਰੱਖਿਆ ਖੋਜ ਤੇ ਵਿਕਾਸ ਡਾਇਰੈਕਟੋਰੇਟ ਨੇ ਉੱਚ ਤਾਕਤੀ ਆਇਰਨ ਬੀਮ ਲੇਜ਼ਰ ਇਨਸਪੈਕਸ਼ਨ ਸਿਸਟਮ ਦੇ ਨਾਲ ਟ੍ਰਾਇਲਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ। PM ਬੈਨਟ ਨੇ ਇਸ ਇਤਿਹਾਸਕ ਪਲ ਦਾ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਇਹ ਸਾਇੰਸ ਫਿਕਸ਼ਨ ਵਰਗਾ ਲੱਗ ਸਕਦਾ ਹੈ ਪਰ ਇਹ ਸੱਚ ਹੈ। ਡਿਫੈਂਸ ਦੀ ਦੁਨੀਆ ਦੇ ਵਿੱਚ ਮਾਹਿਰ ਇਸ ਨੂੰ ਗੇਮ ਚੇਂਜਰ ਕਹਿ ਰਹੇ ਨੇ। ਇਸ ਨੂੰ ਆਪਰੇਟ ਕਰਨਾ ਬਹੁਤ ਹੀ ਆਸਾਨ ਹੈ ਤੇ ਨਾਲ ਇਸ ਤੇ ਖਰਚਾ ਵੀ ਬਹੁਤ ਘੱਟ ਆਉਂਦਾ ਹੈ। ਪਿਛਲੇ ਕਈ ਸਾਲਾਂ ਤੋਂ ਇਜ਼ਰਾਈਲ ਦੇ ਵਿੱਚ ਇਸ ਨੂੰ ਲੈ ਕੇ ਟੈਸਟ ਕੀਤੇ ਜਾ ਰਹੇ ਨੇ। ਇਸ ਤਕਨੀਕ ਦੇ ਰਾਫਲੇ ਹਥਿਆਰ ਬਣਾਉਣ ਵਾਲੀ ਕੰਪਨੀ ਦੇ ਨਾਲ ਮਿਲ ਕੇ ਤਿਆਰ ਕੀਤਾ ਗਿਆ। ਲੇਜ਼ਰ ਸਿਸਟਮ ਦਾ ਇੱਕ ਨਕਾਰਾਤਮਕ ਪੱਖ ਇਹ ਵੀ ਹੈ ਕਿ ਇਹ ਘੱਟ ਵਿਜ਼ਿਬਿਲਿਟੀ ਦੇ ਵਿੱਚ ਚੰਗੀ ਤਰ੍ਹਾਂ ਕੰਮ ਨਹੀਂ ਕਰਦਾ। ਇਸ ਦੇ ਲਈ ਜਦੋਂ ਬੱਦਲ ਤੇ ਖਰਾਬ ਮੌਸਮ ਹੋਵੇ ਤਾਂ ਇਸ ਨੂੰ ਆਪਰੇਟ ਨਹੀਂ ਕੀਤਾ ਜਾ ਸਕਦਾ। ਅਜੇ ਦੇ ਵਿੱਚ ਇਜ਼ਰਾਈਲ ਨੇ ਕਿਹਾ ਕਿ ਉਹ ਹਵਾਈ ਜਹਾਜ਼ ਤੇ ਵੀ ਸਿਸਟਮ ਲਗਾਉਣ ਦੀ ਤਿਆਰੀ ਕਰ ਰਿਹਾ ਹੈ ਜਿਸ ਦੇ ਨਾਲ ਬੱਦਲਾਂ ਦੇ ਉੱਪਰ ਰੱਖ ਕੇ ਇਸ ਨੂੰ ਸਰਹੱਦ ਤੇ ਨਿਸ਼ਾਨਾ ਬਣਾਇਆ ਜਾ ਸਕੇ। ਇਸ ਤੇ ਫਿਲਹਾਲ ਕੰਮ ਚੱਲ ਰਿਹਾ ਹੈ। उधर खालसा पंथ का साजना दिहाड़ा सिखा के केंद्रीय स्थान सचखंड श्री हरमंदर साहब विखे बड़ी श्रद्धा ते सत्कार के नाल मनाया गया। इस मौके लखां श्रद्धालुओं ने पावन स्थान ते नतमस्तक होकर जिथे पावन गुरबाणी का कीर्तन सरवण किया उत्थे ही पवित्र सरोवर दे विच इशनान करके श्रद्धा प्रगटाई। सचखंड श्री हरमंदर साहब विखे अमृत वेले तो ही संगतां दे विच वड्डी आमद बनी रही। इस दौरान हर साल की तरह गुरुद्वारा श्री मंजी साहब दीवान हाल विखे धार्मिक दीवान सजाए गए। बीते दिन तो सच्चे धार्मिक दीवान दे विच सिख धर्म के प्रचारक कथावाचक रागी ढाडी ते कविशर जत्थियां ने संगत ਨੂੰ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਦਾ ਸਨਮਾਨਿਤ ਦਾ ਇਤਿਹਾਸ ਅਤੇ ਸਰਵਣ ਕਰਵਾਇਆ। ਸਿੱਖੀ ਵਿਰਸੇ ਨਾਲ ਜੁੜਨ ਦੀ ਪ੍ਰੇਰਣਾ ਕੀਤੀ। ਇਸ ਦੌਰਾਨ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਵਿਖੇ ਕਈ ਦਰਬਾਰ ਕਰਵਾਇਆ ਗਿਆ। ਇਸ ਵਿੱਚ ਪੰਥ ਪ੍ਰਸਿੱਧ ਕਵੀਆਂ ਨੇ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 1699 ਈਸਵੀ ਦੀ ਵਿਸਾਖੀ ਮੌਕੇ ਸਾਜੇ ਖਾਲਸੇ ਦੇ ਇਤਿਹਾਸ, ਖਾਲਸਾ ਪੰਥ ਦੇ ਵੱਲੋਂ ਮਾਰੀਆਂ ਮੱਲਾਂ, ਖਾਲਸੇ ਦੀ ਉੱਚੀ ਸੁੱਚੀ ਜੀਵਨ ਜਾਂਚ, ਅੰਮ੍ਰਿਤ ਦੀ ਮਹਾਨਤਾ ਆਦਿ ਦੇ ਸੰਬੰਧ ਦੇ ਵਿੱਚ ਕਵਿਤਾ ਪੇਸ਼ ਕੀਤੀਆਂ। ਕਵੀ ਦਰਬਾਰ ਦੇ ਦੌਰਾਨ ਹਾਜ਼ਰੀ ਭਰਨ ਵਾਲੇ ਕਵੀਆਂ ਦੇ ਵਿੱਚ ਅਜੀਤ ਸਿੰਘ ਰਤਨ, ਸਤਬੀਰ ਸਿੰਘ ਸ਼ਾਂਤ, ਉਜਾਗਰ ਸਿੰਘ, ਬੀਬੀ ਮਨਜੀਤ ਕੌਰ ਪਾਹੂਵਿੰਡ ਸਮੇਤ ਹੋਰ ਹਾਜ਼ਰ ਸਨ। स्कॉलरशिप मामले ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਦਿੱਤੇ ਬਿਆਨ ਤੇ ਧਰਮਸੋਤ ਨੇ ਵੀ ਠੋਕਵਾਂ ਜਵਾਬ ਦਿੰਦਿਆਂ ਹੋਇਆਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਮਰਜ਼ੀ ਇਨਕੁਆਇਰੀ ਕਰਵਾ ਲਈ ਜਾਵੇ, ਮੈਂ ਉਸ ਦੇ ਲਈ ਤਿਆਰ ਹਾਂ। ਜੇਕਰ ਮੇਰੇ ਵੱਲੋਂ ਇੱਕ ਪੈਸੇ ਦਾ ਵੀ ਕੋਈ ਘਪਲਾ ਕੀਤਾ ਗਿਆ ਤਾਂ ਮੈਂ ਸਜ਼ਾ ਭੁਗਤਣ ਦੇ ਲਈ ਵੀ ਤਿਆਰ ਹਾਂ। ਧਰਮਸੋਤ ਨੇ ਕਿਹਾ ਕਿ ਮੈਂ ਡੰਕੇ ਦੀ ਚੋਟ ਤੇ ਕਹਿਣਾ ਹਾਂ ਕਿ ਮੇਰੇ ਵੱਲੋਂ ਇੱਕ ਪੈਸੇ ਦਾ ਵੀ ਘੁਟਾਲਾ ਨਹੀਂ ਕੀਤਾ ਗਿਆ। ਪਹਿਲਾਂ ਵੀ 2 ਸਰਕਾਰਾਂ ਇਸ ਮਾਮਲੇ ਦੀ ਨਿਰਪੱਖਤਾ ਦੇ ਨਾਲ ਜਾਂਚ ਕਰ ਚੁੱਕੀਆਂ ਨੇ। ਪਹਿਲਾਂ ਕੈਪਟਨ ਸਰਕਾਰ ਨੇ ਕਲੀਨ ਚਿੱਟ ਦਿੱਤੀ ਤੇ ਮਗਰੋਂ ਚੰਨੀ ਸਰਕਾਰ ਨੇ ਵੀ ਦੁਬਾਰਾ ਮਾਮਲੇ ਦੀ ਇਨਕੁਆਇਰੀ ਕੀਤੀ। ਦੋਵੇਂ 1 ਰੁਪਏ ਦਾ ਘੁਟਾਲਾ ਵੀ ਸਾਬਤ नहीं कर सकिया। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀ ਕਿਹਾ ਸੀ ਕਿ ਸੂਬੇ ਦੇ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਨੂੰ ਅੰਜਾਮ ਦੇਣ ਵਾਲੇ ਲੋਕ ਜਲਦ ਹੀ ਜੇਲ੍ਹਾਂ ਦੀਆਂ ਸ਼ਲਾਖਾਂ ਦੇ ਪਿੱਛੇ ਹੋਣਗੇ। ਜਲੰਧਰ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਬਹੁਤ ਹੀ ਕਾਨੂੰਨਾ ਤੇ ਨਾ ਹੀ ਮੁਆਫੀਯੋਗ ਅਪਰਾਧ ਹੈ ਜਿਸ ਕਾਰਨ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਜ਼ਿਕਰਯੋਗ ਹੈ ਕਿ ਸਾਬਕਾ ਕਾਂਗਰਸ ਸਰਕਾਰ ਦੇ ਸਮੇਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲਾ ਹੋਇਆ ਸੀ ਜਿਸ ਦੇ ਵਿੱਚ ਕਈ ਸਿਆਸਤਦਾਨਾਂ ਦੇ ਨਾਮ ਸਾਹਮਣੇ ਆਏ ਨੇ। ਉਹਨਾਂ ਨੇ ਕਿਹਾ ਕਿ ਜਲਦੀ ਇਸ ਘਪਲੇ ਦੇ ਵਿੱਚ ਮੁੱਖ ਦੋਸ਼ੀ ਜੇਲ੍ਹਾਂ ਦੇ ਵਿੱਚ ਬਿਹਤਰ ਸਹੂਲਤਾਂ ਦੇ ਲਈ ਅਦਾਲਤਾਂ ਦੇ ਵਿੱਚ ਅਰਜ਼ੀਆਂ ਦਰਜ ਕਰਵਾਉਂਦੇ ਹੋਏ ਮਿਲਣਗੇ। उधर यूक्रेन ਦੇ ਵਿੱਚ ਰੂਸ ਦੇ ਵਿਸ਼ੇਸ਼ ਫੌਜੀ ਆਪਰੇਸ਼ਨ ਦੇ ਮੱਦੇਨਜ਼ਰ ਦੂਜੇ ਦੇਸ਼ਾਂ ਦੇ ਦੌਰਾਨ ਰੂਸ ਤੇ ਲਗਾਈਆਂ ਜਾ ਰਹੀਆਂ ਪਾਬੰਦੀਆਂ ਦੇ ਜਵਾਬ ਦੇ ਵਿੱਚ ਕੁਝ ਅਜਿਹਾ ਨਹੀਂ ਕਰੇਗਾ। ਰੂਸੀ ਵਿਦੇਸ਼ ਮੰਤਰਾਲੇ ਦੇ ਆਰਥਿਕ ਸਹਿਯੋਗ ਵਿਭਾਗ ਦੇ ਨਿਰਦੇਸ਼ਕ ਦਿਮਿਤਰੀ ਨੇ ਇਹ ਜਾਣਕਾਰੀ ਦਿੱਤੀ ਹੈ। ਬ੍ਰਿਚੇਂਸਕੀ ਦਿਮਿਤਰੀ ਨੇ ਰੂਸੀ ਸਮਰਥਿਤ ਪ੍ਰਸਾਰਕ ਆਰਟੀ ਨੂੰ ਦੱਸਿਆ ਕਿ ਸਾਡੇ ਲੋਕ ਜਵਾਬੀ ਕਾਰਵਾਈ ਕੀਤੀ ਜਾਵੇਗੀ। ਕੁਝ ਖੇਤਰਾਂ ਦੇ ਵਿੱਚ ਅਸੀਂ ਅਜਿਹਾ ਕੀਤਾ ਹੈ ਪਰ ਅਸੀਂ ਕਿਸੇ ਵੀ ਦੇਸ਼ ਤੇ ਪਾਬੰਦੀਆਂ ਲਗਾਉਣ ਦੀ ਦੌੜ ਵਿੱਚ ਸ਼ਾਮਲ ਹੋਣ ਦਾ ਇਰਾਦਾ ਨਹੀਂ ਰੱਖਦੇ। ਉਹਨਾਂ ਨੇ ਕਿਹਾ ਕਿ ਰੂਸ ਸਮਝਦਾ ਹੈ ਕਿ ਇਸ ਤਰ੍ਹਾਂ ਦੀਆਂ ਪਾਬੰਦੀਆਂ ਦੋ ਧਾਰੀ ਤਲਵਾਰ ਵਾਂਗ ਨੇ। ਪਾਬੰਦੀਆਂ ਲਗਾਉਣ ਵਾਲੇ ਦੇਸ਼ ਨੂੰ ਬਹੁਤ ਜ਼ਿਆਦਾ ਨੁਕਸਾਨ ਚੱਲਣਾ ਪੈਂਦਾ ਹੈ। ਉਹਨਾਂ ਨੇ ਕਿਹਾ ਕਿ ਜਿੱਥੋਂ ਤੱਕ ਰੂਸੀ ਅਰਥ ਵਿਵਸਥਾ ਨੂੰ ਪ੍ਰਭਾਵਿਤ ਕਰਨ ਦਾ ਸਵਾਲ ਹੈ, ਅਸੀਂ ਪਹਿਲਾਂ ਹੀ ਤਿਆਰ ਸੀ ਕਿ ਅਜਿਹੇ ਕਦਮ ਚੁੱਕੇ ਜਾਣਗੇ। ਸਾਡੇ ਕੋਲ ਇਸ ਦੀ ਤਿਆਰੀ ਕਰਨ ਦਾ ਲਈ ਸਮਾਂ ਤੇ ਤਜਰਬਾ ਦੋਵੇਂ ਨੇ। ਜਿਵੇਂ ਕਿ ਤੁਸੀਂ ਵੇਖਿਆ 2014 ਦੇ ਵਿੱਚ ਸਾਡੇ ਤੇ ਲਗਾਈਆਂ ਗਈਆਂ ਪਾਬੰਦੀਆਂ ਦੇ ਦੌਰਾਨ ਅਸੀਂ ਆਸਾਨੀ ਦੇ ਨਾਲ ਉਸ ਸਥਿਤੀ ਦੇ ਵਿੱਚ ਟਲ ਗਏ ਸੀ। ਇਸ ਦੇ ਨਾਲ ਹੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ। ਆਪਣੇ ਦੋਸਤ ਨੂੰ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ HSN ਨਿਊਜ਼ ਦੇ ਨਾਲ।